ਮਾਨ ਸਰਕਾਰ ਨੂੰ ਇੱਕ ਹੋਰ ਕਰਾਰਾ ਝਟਕਾ। ਹਜ਼ਾਰਾਂ ਕੱਚੇ ਮੁਲਾਜ਼ਮਾਂ ਦੀ ਵੱਡੀ ਜਿੱਤ। ਡੀਏ ਦੇ ਪੈਸੇ ਦੱਬਣ ਵਾਲੀ ਸਰਕਾਰ ਨੂੰ ਇੱਕ ਹੋਰ ਸਬਕ। ਪੰਜਾਬ ਦੀ ਸਿਆਸਤ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਕਾਨੂੰਨੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਜਿਹਾ ਇਤਿਹਾਸਿਕ ਫੈਸਲਾ ਸੁਣਾਇਆ ਹੈ ਜਿਸ ਨੇ ਸੂਬੇ ਦੀ ਸੱਤਾ ਤੇ ਬੈਠੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਕਰਾਰਾ ਝਟਕਾ ਦਿੱਤਾ ਹੈ। ਜਦਕਿ ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਸੜਕਾਂ ਤੇ ਖਲਖੁਆਰ ਹੋ ਰਹੇ ਪਨਬਸ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਸਰਕਾਰ ਦੀ ਅੜੀਅਲ ਨੀਤੀ ਕਾਨੂੰਨ ਦੇ ਸਾਹਮਣੇ ਨਹੀਂ ਚੱਲੇਗੀ। ਅਦਾਲਤ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸੰਵਿਧਾਨਿਕ ਸਿਧਾਂਤ ਤੇ ਮੋਹਰ ਲਗਾਉਂਦੇ ਹੋਏ ਪਨਬਸ ਕਰਮਚਾਰੀਆਂ ਨੂੰ ਪੰਜਾਬ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਅਤੇ ਭੱਤੇ ਦੇਣ ਦਾ ਹੁਕਮ ਜਾਰੀ ਕੀਤਾ ਹੈ। ਪਰ ਇਹ ਮਾਮਲਾ ਸਿਰਫ ਇੱਕ ਫੈਸਲੇ ਤੱਕ ਸੀਮਿਤ ਨਹੀਂ ਹੈ। ਇਹ ਕਹਾਣੀ ਹੈ ਪੰਜਾਬ ਸਰਕਾਰ ਦੇ ਉਸ ਅੜੀਅਲ ਰਵੱਈਏ ਦੀ ਜਿੱਥੇ ਇੱਕ ਪਾਸੇ ਬਦਲਾਅ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਆਪਣੇ ਹੀ ਹੱਕ ਮੰਗ ਰਹੇ ਮੁਲਾਜ਼ਮਾਂ ਦੇ ਵਿਰੁੱਧ ਅਦਾਲਤਾਂ ਵਿੱਚ ਮਹਿੰਗੇ ਵਕੀਲ ਖੜੇ ਕਰਕੇ ਅਪੀਲਾਂ ਪਾਈਆਂ ਜਾਂਦੀਆਂ ਹਨ। ਹਾਈ ਕੋਰਟ ਦੇ ਇਸ ਤਾਜ਼ਾ ਝਟਕੇ ਦੇ ਬਾਵਜੂਦ ਸਵਾਲ ਇਹ ਉੱਠਦਾ ਹੈ ਕਿ ਕੀ ਮਾਨ ਸਰਕਾਰ ਇਸ ਫੈਸਲੇ ਨੂੰ ਇੰਨੀ ਆਸਾਨੀ ਨਾਲ ਲਾਗੂ ਕਰੇਗੀ, ਕਿਉਂਕਿ ਰਿਕਾਰਡ ਦੱਸਦਾ ਹੈ ਕਿ ਅਦਾਲਤਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਦੇ ਡੀਏ ਦਾ ਕਰੋੜਾਂ ਰੁਪਏ ਦਾ ਬਕਾਇਆ ਅਜੇ ਤੱਕ ਸਰਕਾਰ ਨੇ ਦੱਬਿਆ ਹੋਇਆ ਹੈ। ਅੱਜ ਦੀ ਇਸ ਖਾਸ ਅਤੇ ਵਿਸਥਾਰਿਤ ਵੀਡੀਓ ਵਿੱਚ ਇਸ ਪੂਰੇ ਘਟਨਾਕ੍ਰਮ, ਪਨਬਸ ਦੀ ਪੁਰਾਣੀ ਕਹਾਣੀ, ਕਾਨੂੰਨੀ ਲੜਾਈ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਦਾ ਇੱਕ-ਇੱਕ ਪੰਨਾ ਖੋਲ ਕੇ ਵਿਸ਼ਲੇਸ਼ਣ ਕਰਾਂਗੇ। ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਕੋਲ ਸੀ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਇੱਕ ਬਹੁਤ ਹੀ ਇਨਸਾਫ ਪਸੰਦ ਫੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹਿਦਾਇਤ ਕੀਤੀ ਸੀ ਕਿ ਪਨਬਸ ਦੇ ਠੇਕਾ ਮੁਲਾਜ਼ਮਾਂ ਜੋ ਕਿ ਡਰਾਈਵਰ ਅਤੇ ਕੰਡਕਟਰ ਵਜੋਂ ਦਿਨ-ਰਾਤ ਕੰਮ ਕਰ ਰਹੇ ਹਨ ਨੂੰ ਪੰਜਾਬ ਰੋਡਵੇਜ਼ ਦੇ ਰੈਗੂਲਰ ਸਟਾਫ ਦੇ ਬਰਾਬਰ ਤਨਖਾਹ ਅਤੇ ਸਾਰੇ ਸਰਕਾਰੀ ਭੱਤੇ ਦਿੱਤੇ ਜਾਣ। ਪਰ ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਸਵੀਕਾਰ ਕਰਨ ਦੀ ਬਜਾਏ ਮੁਲਾਜ਼ਮਾਂ ਦੇ ਹੱਕਾਂ ਨੂੰ ਰੋਕਣ ਲਈ ਡਿਵੀਜ਼ਨ ਬੈਂਚ ਦਾ ਦਰਵਾਜ਼ਾ ਖੜਕਾਇਆ। ਸਰਕਾਰ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਕਿ ਇਹ ਵਿੱਤੀ ਤੌਰ ਤੇ ਸੰਭਵ ਨਹੀਂ ਹੈ ਅਤੇ ਦੋਵੇਂ ਸੰਸਥਾਵਾਂ ਦਾ ਢਾਂਚਾ ਵੱਖਰਾ ਹੈ। ਪਰ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਇਸ ਅਪੀਲ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਸਿੰਗਲ ਬੈਂਚ ਦੇ ਫੈਸਲੇ ਤੇ ਆਪਣੀ ਅੰਤਿਮ ਮੁਹਰ ਲਗਾ ਦਿੱਤੀ। ਅਦਾਲਤ ਨੇ ਬਹੁਤ ਹੀ ਸਖਤ ਲਹਿਜੇ ਵਿੱਚ ਸਪਸ਼ਟ ਕੀਤਾ ਕਿ ਜਦੋਂ ਇੱਕੋ ਜਿਹੀਆਂ ਬੱਸਾਂ, ਇੱਕੋ ਜਿਹੇ ਰੂਟ, ਇੱਕੋ ਜਿਹੇ ਕੰਮ ਦੇ ਘੰਟੇ ਅਤੇ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਹਨ ਤਾਂ ਫਿਰ ਤਨਖਾਹਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਕਿਉਂ? ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਸਭ ਤੇ ਬਰਾਬਰ ਲਾਗੂ ਹੁੰਦਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਸਰਕਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਯਾਨੀ ਪੱਕੇ ਕਰਨ ਦੇ ਮਾਮਲੇ ਤੇ ਵੀ ਕਾਨੂੰਨ ਦੇ ਮੁਤਾਬਿਕ ਤੁਰੰਤ ਵਿਚਾਰ ਕੀਤਾ ਜਾਵੇ। ਇਹ ਫੈਸਲਾ ਉਹਨਾਂ ਹਜ਼ਾਰਾਂ ਪਰਿਵਾਰਾਂ ਲਈ ਇੱਕ ਵੱਡੀ ਉਮੀਦ ਦੀ ਕਿਰਨ ਬਣ ਕੇ ਆਇਆ ਹੈ ਜੋ ਸਾਲਾਂ ਤੋਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸਨ। ਸਾਡੀਆਂ ਮੰਗਾਂ ਇਹ ਨੇ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ, ਕੱਚੇ ਮੁਲਾਜ਼ਮ ਪੱਕੇ ਕਰਨਾ, ਠੇਕੇਦਾਰੀ ਸਿਸਟਮ ਖਤਮ ਕਰਨਾ, ਵਿਭਾਗ ਦੀਆਂ ਬੱਸਾਂ ਪਾਈ ਜਾਣ ਤੇ ਨਾਲ ਦੀ ਨਾਲ ਸਾਡੇ ਲਗਭਗ ਪਿਛਲੇ ਸੰਘਰਸ਼ਾਂ ਦੌਰਾਨ 10 ਬੰਦੇ ਸੰਗਰੂਰ ਡਿਪੂ ਦੇ ਜੇਲ੍ਹਾਂ 'ਚ ਬੰਦ ਨੇ। ਤਕਰੀਬਨ 7 ਮਹੀਨੇ ਹੋ ਚੁੱਕੇ ਨੇ। ਸਰਕਾਰ ਟਾਲ-ਮਟੋਲ ਤੇ ਲੱਗੀ ਹੈਗੀ। ਇਸ ਪੂਰੇ ਵਿਵਾਦ ਦੀਆਂ ਜੜ੍ਹਾਂ ਨੂੰ ਸਮਝਣ ਲਈ ਸਾਨੂੰ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਇਤਿਹਾਸ ਵੱਲ ਝਾਤ ਮਾਰਨੀ ਪਵੇਗੀ। ਇੱਕ ਸਮਾਂ ਸੀ ਜਦੋਂ ਪੰਜਾਬ ਰੋਡਵੇਜ਼ ਪੂਰੇ ਉੱਤਰੀ ਭਾਰਤ ਵਿੱਚ ਆਪਣੀ ਬਿਹਤਰੀਨ ਸੇਵਾ ਲਈ ਜਾਣੀ ਜਾਂਦੀ ਸੀ। ਸਾਰੇ ਮੁਲਾਜ਼ਮ ਪੱਕੇ ਹੁੰਦੇ ਸਨ ਅਤੇ ਉਹਨਾਂ ਨੂੰ ਸਰਕਾਰੀ ਸਕੇਲ ਮੁਤਾਬਿਕ ਪੂਰੀਆਂ ਸਹੂਲਤਾਂ ਮਿਲਦੀਆਂ ਸਨ। ਪਰ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ, ਭ੍ਰਿਸ਼ਟਾਚਾਰ ਅਤੇ ਨਿੱਜੀ ਟਰਾਂਸਪੋਰਟ ਮਾਫੀਆ ਨੂੰ ਫਾਇਦਾ ਪਹੁੰਚਾਉਣ ਦੀ ਖੇਡ ਕਾਰਨ ਪੰਜਾਬ ਰੋਡਵੇਜ਼ ਹੌਲੀ-ਹੌਲੀ ਘਾਟੇ ਵਿੱਚ ਚਲੀ ਗਈ। ਨਵੀਆਂ ਬੱਸਾਂ ਖਰੀਦਣ ਲਈ ਵਿਭਾਗ ਕੋਲ ਪੈਸੇ ਨਹੀਂ ਬਚੇ। ਇਸ ਸੰਕਟ ਵਿੱਚੋਂ ਨਿਕਲਣ ਲਈ ਸਰਕਾਰ ਨੇ ਇੱਕ ਨਵਾਂ ਰਾਹ ਕੱਢਿਆ। ਇੱਕ ਸੁਸਾਇਟੀ ਐਕਟ ਦੇ ਤਹਿਤ ਪਨਬਸ ਯਾਨੀ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਦਾ ਗਠਨ ਕੀਤਾ ਗਿਆ। ਇਸ ਕੰਪਨੀ ਦੇ ਨਾਮ ਤੇ ਬੈਂਕਾਂ ਤੋਂ ਕਰਜ਼ੇ ਲਏ ਗਏ ਅਤੇ ਨਵੀਆਂ ਬੱਸਾਂ ਖਰੀਦੀਆਂ ਗਈਆਂ। ਪਰ ਇਸ ਦੇ ਨਾਲ ਹੀ ਪੰਜਾਬ ਦੇ ਟਰਾਂਸਪੋਰਟ ਸਿਸਟਮ ਵਿੱਚ ਇੱਕ ਬਹੁਤ ਹੀ ਖਤਰਨਾਕ ਅਤੇ ਸ਼ੋਸ਼ਣਕਾਰੀ ਪ੍ਰਣਾਲੀ ਦੀ ਸ਼ੁਰੂਆਤ ਹੋਈ ਜਿਸ ਨੂੰ ਅਸੀਂ ਠੇਕਾ ਪ੍ਰਣਾਲੀ ਯਾਨੀ ਕੰਟਰੈਕਟ ਸਿਸਟਮ ਕਹਿੰਦੇ ਹਾਂ। ਸਰਕਾਰ ਨੇ ਪੰਜਾਬ ਰੋਡਵੇਜ਼ ਵਿੱਚ ਪੱਕੀ ਭਰਤੀ ਲਗਭਗ ਬੰਦ ਕਰ ਦਿੱਤੀ। ਨਵੇਂ ਆਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪਨਬਸ ਦੇ ਤਹਿਤ ਠੇਕੇ ਤੇ ਜਾਂ ਆਊਟਸੋਰਸਿੰਗ ਰਾਹੀਂ ਰੱਖਣਾ ਸ਼ੁਰੂ ਕਰ ਦਿੱਤਾ ਗਿਆ। ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੁਝ ਸਮੇਂ ਬਾਅਦ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਦੇਖਦੇ ਹੀ ਦੇਖਦੇ ਸਾਲ ਲੰਘਦੇ ਗਏ, ਸਰਕਾਰਾਂ ਬਦਲਦੀਆਂ ਗਈਆਂ ਪਰ ਇਹਨਾਂ ਕੱਚੇ ਮੁਲਾਜ਼ਮਾਂ ਦੀ ਕਿਸਮਤ ਨਹੀਂ ਬਦਲੀ। ਇਸ ਪ੍ਰਣਾਲੀ ਨੇ ਇੱਕੋ ਹੀ ਵਿਭਾਗ ਦੇ ਅੰਦਰ ਦੋ ਵੱਖ-ਵੱਖ ਦੁਨੀਆ ਪੈਦਾ ਕਰ ਦਿੱਤੀਆਂ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਅਤੇ ਪਨਬਸ ਦੀਆਂ ਬੱਸਾਂ ਇੱਕੋ ਅੱਡੇ ਤੋਂ ਚੱਲਦੀਆਂ ਹਨ, ਇੱਕੋ ਜਿਹੀਆਂ ਸਵਾਰੀਆਂ ਬਿਠਾਉਂਦੀਆਂ ਹਨ ਅਤੇ ਇੱਕੋ ਜਿਹੇ ਖਤਰਨਾਕ ਹਾਈਵੇ ਤੇ ਦੌੜਦੀਆਂ ਹਨ। ਪਰ ਜਦੋਂ ਮਹੀਨੇ ਦੇ ਅਖੀਰ ਵਿੱਚ ਤਨਖਾਹ ਦੀ ਵਾਰੀ ਆਉਂਦੀ ਹੈ ਤਾਂ ਅਸਲੀ ਦਰਦ ਸਾਹਮਣੇ ਆਉਂਦਾ ਹੈ। ਕਿ ਆਓ ਯਾਰ ਆਪਾਂ ਟੇਬਲ ਤੇ ਬੈਠ ਕੇ ਗੱਲਬਾਤ ਕਰੀਏ ਤੇ ਉਹਨਾਂ ਟੇਬਲਾਂ ਤੇ ਬੈਠ ਕੇ ਹੀ ਸਾਡੀ ਜਥੇਬੰਦੀ ਦੇ
ਆਗੂ ਸਾਹਿਬਾਨ, ਸੈਂਟਰ ਪਾਰਟੀ ਦੇ ਆਗੂ ਸਾਹਿਬਾਨ 53 ਮੀਟਿੰਗਾਂ ਕਰ ਚੁੱਕੇ ਆ ਔਰ 53 ਮੀਟਿੰਗਾਂ ਦੇ ਵਿੱਚ ਆਹੀ ਕੁਛ ਆਉਂਦਾ। ਲਾਰੇ ਤੋਂ ਸਿਵਾ ਅੱਜ ਤੱਕ ਸਾਡਾ ਕੋਈ ਵੀ ਕਿਸੇ ਹੱਲ ਨਹੀਂ ਨਿਕਲਿਆ ਔਰ ਜਿਹੜੀ ਸਾਡੀ ਤਨਖਾਹ ਪਹਿਲਾਂ ਵਾਲੀਆਂ ਸਰਕਾਰਾਂ ਉਹ ਸਮੇਂ ਸਿਰ ਪਾ ਦਿੰਦੀਆਂ ਸੀ, ਪਰ ਹੁਣ ਅਸੀਂ ਸਰਕਾਰਾਂ ਇਸ ਸਰਕਾਰ ਦੇ ਆਉਣ ਦੇ ਕਾਰਜਕਾਲ ਦੇ ਵਿੱਚ ਅਸੀਂ ਸਰਕਾਰਾਂ ਤਨਖਾਹ ਤੋਂ ਵੀ ਆਪਣੀ ਤੋਂ ਵਾਂਝੇ ਰਹਿ ਗਏ ਹਾਂ ਔਰ ਤਨਖਾਹ ਲੈਣ ਵਾਸਤੇ ਵੀ ਸਾਨੂੰ ਮਜਬੂਰਨ ਧਰਨੇ ਦੇ ਰੂਪ ਅਪਣਾਉਣੇ ਪੈਂਦੇ। ਜਿੱਥੇ ਪੰਜਾਬ ਰੋਡਵੇਜ਼ ਦੇ ਇੱਕ ਰੈਗੂਲਰ ਡਰਾਈਵਰ ਨੂੰ ਸਾਰੇ ਸਰਕਾਰੀ ਪੱਤੇ ਮਿਲਾ ਕੇ ਇੱਕ ਵਧੀਆ ਸਨਮਾਨਜਨਕ ਤਨਖਾਹ ਮਿਲਦੀ ਹੈ, ਉੱਥੇ ਹੀ ਉਸ ਦੇ ਬਰਾਬਰ ਬੱਸ ਚਲਾਉਣ ਵਾਲੇ ਪਨ ਬੱਸ ਦੇ ਠੇਕਾ ਮੁਲਾਜ਼ਮ ਨੂੰ ਸਿਰਫ ਇੱਕ ਮਾਮੂਲੀ ਫਿਕਸ ਤਨਖਾਹ ਤੇ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਮਾਮੂਲੀ ਤਨਖਾਹ ਵਿੱਚ ਨਾ ਤਾਂ ਕੋਈ ਮੈਡੀਕਲ ਸਹੂਲਤ ਹੁੰਦੀ ਹੈ, ਨਾ ਕੋਈ ਹਾਦਸਾ ਬੀਮਾ ਅਤੇ ਨਾ ਹੀ ਭਵਿੱਖ ਦੀ ਕੋਈ ਸੁਰੱਖਿਆ। ਜੇਕਰ ਡਿਊਟੀ ਦੌਰਾਨ ਕੋਈ ਹਾਦਸਾ ਵਾਪਰ ਜਾਵੇ ਜਾਂ ਮੁਲਾਜ਼ਮ ਬਿਮਾਰ ਹੋ ਜਾਵੇ ਤਾਂ ਪਰਿਵਾਰ ਸੜਕ ਤੇ ਆ ਜਾਂਦਾ ਹੈ। ਕਈ ਸਾਲਾਂ ਤੱਕ 12 ਤੋਂ 14 ਘੰਟੇ ਦੀ ਡਿਊਟੀ ਕਰਨ ਦੇ ਬਾਵਜੂਦ ਇਨ੍ਹਾਂ ਮੁਲਾਜ਼ਮਾਂ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਦੋਂ ਉਹਨਾਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਜਦੋਂ ਵੀ ਇਨ੍ਹਾਂ ਯੂਨੀਅਨਾਂ ਨੇ ਆਵਾਜ਼ ਉਠਾਈ ਤਾਂ ਹਰ ਵਾਰ ਉਹਨਾਂ ਨੂੰ ਸਿਰਫ ਖੋਖਲੇ ਭਰੋਸੇ ਹੀ ਮਿਲੇ। ਪਿਛਲੀਆਂ ਸਰਕਾਰਾਂ ਨੇ ਵੀ ਇਹਨਾਂ ਦਾ ਸ਼ੋਸ਼ਣ ਕੀਤਾ ਅਤੇ ਬਦਲਾਵ ਦਾ ਨਾਰਾ ਦੇ ਕੇ ਆਈ ਮੌਜੂਦਾ ਸਰਕਾਰ ਵੀ ਉਸੇ ਰਾਹ ਤੇ ਚੱਲਦੀ ਦਿਖਾਈ ਦਿੱਤੀ। ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਹੁਣ ਉਹਨਾਂ ਦੇ ਦੁੱਖਾਂ ਦੇ ਦਿਨ ਖਤਮ ਹੋ ਜਾਣਗੇ। ਚੋਣਾਂ ਤੋਂ ਪਹਿਲਾਂ ਗਾਰੰਟੀਆਂ ਦਿੱਤੀਆਂ ਗਈਆਂ ਸਨ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇਗਾ ਅਤੇ ਠੇਕਾ ਪ੍ਰਣਾਲੀ ਨੂੰ ਜੜੋਂ ਪੁੱਟ ਦਿੱਤਾ ਜਾਵੇਗਾ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਤਸਵੀਰ ਬਿਲਕੁਲ ਉਲਟ ਨਜ਼ਰ ਆਈ। ਜਦੋਂ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਪਨ ਬੱਸ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਤਾਂ ਮਾਨ ਸਰਕਾਰ ਕੋਲ ਇੱਕ ਇਤਿਹਾਸਿਕ ਮੌਕਾ ਸੀ ਕਿ ਉਹ ਆਪਣਾ ਵਾਅਦਾ ਪੂਰਾ ਕਰਦੀ ਅਤੇ ਅਦਾਲਤ ਦੇ ਹੁਕਮਾਂ ਨੂੰ ਖੁਸ਼ੀ-ਖੁਸ਼ੀ ਲਾਗੂ ਕਰਕੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਣਾ ਸ਼ੁਰੂ ਕਰਦੀ। ਪਰ ਸਰਕਾਰ ਨੇ ਇਸ ਮਾਮਲੇ ਨੂੰ ਆਪਣੀ ਹਉਮੈ ਅਤੇ ਜ਼ਿੱਦ ਦਾ ਸਵਾਲ ਬਣਾ ਲਿਆ। ਸਰਕਾਰ ਨੇ ਖੁਦ ਡਿਵੀਜ਼ਨ ਬੈਂਚ ਵਿੱਚ ਅਪੀਲ ਦਾਇਰ ਕਰਕੇ ਇਸ ਫੈਸਲੇ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ। ਇਹ ਅੜੀਅਲ ਰਵੱਈਆ ਸਿਰਫ ਪਨ ਬੱਸ ਮੁਲਾਜ਼ਮਾਂ ਤੱਕ ਹੀ ਸੀਮਿਤ ਨਹੀਂ ਹੈ। ਪੰਜਾਬ ਦੇ ਲਗਭਗ ਹਰ ਵਰਗ ਦੇ ਸਰਕਾਰੀ ਮੁਲਾਜ਼ਮ ਅੱਜ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹਨ। ਹਾਈ ਕੋਰਟ ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਯਾਨੀ ਡੀਏ ਦੇ ਬਕਾਏ ਦੇ ਕਰੋੜਾਂ ਰੁਪਏ ਅਜੇ ਤੱਕ ਜਾਰੀ ਨਹੀਂ ਕੀਤੇ। ਮੁਲਾਜ਼ਮ ਲਗਾਤਾਰ ਧਰਨੇ ਦੇ ਰਹੇ ਹਨ। ਕਲੈਰੀਕਲ ਸਟਾਫ ਤੋਂ ਲੈ ਕੇ ਅਧਿਆਪਕਾਂ ਤੱਕ ਸੜਕਾਂ ਤੇ ਹਨ। ਪਰ ਸਰਕਾਰ ਵਿੱਤੀ ਤੰਗੀ ਦਾ ਬਹਾਨਾ ਬਣਾ ਕੇ ਅਦਾਲਤੀ ਹੁਕਮਾਂ ਨੂੰ ਵੀ ਲਟਕਾਉਣ ਦੀ ਨੀਤੀ ਤੇ ਚੱਲ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਹਾਈ ਕੋਰਟ ਦੇ ਇਸ ਵੱਡੇ ਝਟਕੇ ਤੋਂ ਬਾਅਦ ਅੱਗੇ ਕੀ ਹੋਵੇਗਾ ਅਤੇ ਇਸ ਦਾ ਲਾਭ ਕਿਸ ਨੂੰ ਮਿਲੇਗਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸਾਫ਼ ਲਿਖਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਉਹਨਾਂ ਨੂੰ ਇਸ ਦਾ ਸਿੱਧਾ ਅਤੇ ਤੁਰੰਤ ਆਰਥਿਕ ਲਾਭ ਮਿਲੇਗਾ। ਪਰ ਇਸ ਦੇ ਨਾਲ ਹੀ ਇਹ ਫੈਸਲਾ ਬਾਕੀ ਸਾਰੇ ਪਨਬਸ ਕਰਮਚਾਰੀਆਂ ਲਈ ਇੱਕ ਮਜ਼ਬੂਤ ਹਥਿਆਰ ਬਣ ਗਿਆ ਹੈ। ਹੁਣ ਜੋ ਵੀ ਯੋਗ ਕਰਮਚਾਰੀ ਸਰਕਾਰ ਨੂੰ ਪ੍ਰਤੀਨਿਧਤਾ ਭੇਜੇਗਾ, ਸਰਕਾਰ ਨੂੰ ਇਸੇ ਫੈਸਲੇ ਦੇ ਆਧਾਰ ਤੇ ਉਸ ਨੂੰ ਵੀ ਬਰਾਬਰ ਤਨਖਾਹ ਅਤੇ ਪੱਤੇ ਦੇਣੇ ਪੈਣਗੇ। ਇਸ ਤੋਂ ਇਲਾਵਾ ਰੈਗੂਲਰ ਕਰਨ ਵਾਲੀ ਹਦਾਇਤ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਜੇਕਰ ਸਰਕਾਰ ਹੁਣ ਵੀ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਦੇਰੀ ਕਰਦੀ ਹੈ ਤਾਂ ਇਹ ਸਿੱਧੇ ਤੌਰ ਤੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਬਣੇਗਾ। ਟਰਾਂਸਪੋਰਟ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪੈਣਾ ਤੈਅ ਹੈ। ਪਰ ਮੁਲਾਜ਼ਮਾਂ ਦੇ ਹੱਕਾਂ ਦੀ ਬਲੀ ਦੇ ਕੇ ਖਜ਼ਾਨਾ ਬਚਾਉਣ ਦੀ ਨੀਤੀ ਨੂੰ ਹਾਈ ਕੋਰਟ ਨੇ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਹਾਈ ਕੋਰਟ ਦਾ ਇਹ ਫੈਸਲਾ ਪੰਜਾਬ ਦੇ ਹਜ਼ਾਰਾਂ ਪਨਬਸ ਕਰਮਚਾਰੀਆਂ ਦੇ ਸਾਲਾਂ ਦੇ ਲੰਮੇ ਸੰਘਰਸ਼, ਉਹਨਾਂ ਦੇ ਪਰਿਵਾਰਾਂ ਦੇ ਹੰਝੂਆਂ ਅਤੇ ਸੜਕਾਂ ਤੇ ਕੱਟੀਆਂ ਕਾਲੀਆਂ ਰਾਤਾਂ ਦੀ ਜਿੱਤ ਹੈ। ਇਹ ਫੈਸਲਾ ਕਿਸੇ ਵੀ ਸਰਕਾਰ ਲਈ ਇੱਕ ਸਬਕ ਹੈ ਕਿ ਸੱਤਾ ਦੇ ਨਸ਼ੇ ਵਿੱਚ ਆ ਕੇ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਨੂੰ ਦਬਾਇਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਸਵਾਲ ਅਜੇ ਵੀ ਬਰਕਰਾਰ ਹੈ ਕਿ ਪੰਜਾਬ ਦੀ ਮਾਨ ਸਰਕਾਰ ਹਾਈ ਕੋਰਟ ਦੇ ਇਸ ਫੈਸਲੇ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਕੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਵੇਗੀ ਅਤੇ ਉਹਨਾਂ ਨੂੰ ਪੱਕਾ ਕਰੇਗੀ, ਜਾਂ ਫਿਰ ਡੀਏ ਦੇ ਪੈਸਿਆਂ ਵਾਂਗ ਇਸ ਮਾਮਲੇ ਨੂੰ ਵੀ ਲਮਕਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਪੰਜਾਬ ਦੇ ਲੋਕ ਅਤੇ ਹਜ਼ਾਰਾਂ ਮੁਲਾਜ਼ਮ ਹੁਣ ਸਰਕਾਰ ਦੇ ਅਗਲੇ ਕਦਮ ਤੇ ਨਜ਼ਰਾਂ ਟਿਕਾਈ ਬੈਠੇ ਹਨ।